ਚੈਨਲ ਨਾਲ ਬਣੇ ਹੋਏ ਹੋ। ਮੈਂ ਮਨਦੀਪ ਸਿੰਘ, ਕਿਸਾਨ ਆਗੂ ਅੱਜ ਕੇਂਦਰ ਸਰਕਾਰ ਨਾਲ ਮੀਟਿੰਗ ਦੇ ਲਈ ਜਾ ਰਹੇ ਨੇ। ਸਾਡੇ ਨਾਲ ਆਗੂ ਨੇ ਨਾ ਗੱਲਬਾਤ ਕਰਦੇ ਆ। ਸਵਾਗਤ ਹੈ ਜੀ ਚੈਨਲ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦੇਖਦੇ ਹੋ ਅੱਜ ਗੱਲਬਾਤ ਬਣੇਗੀ ਜੀ? ਗੱਲਬਾਤ ਬਣਨੀ ਚਾਹੀਦੀ ਹੈ। ਜਿੰਨਾ ਵੱਡਾ ਪ੍ਰੈਸ਼ਰ ਸਰਕਾਰ ਦੇ ਉੱਪਰ ਹੈ, 2 ਮਹੀਨੇ ਕਿਸਾਨਾਂ ਨੂੰ ਹੋ ਗਿਆ ਲੜਦਿਆਂ ਨੂੰ। ਇੱਥੇ ਸਾਰਾ ਦੇਸ਼ ਔਰ ਵਿਦੇਸ਼ ਸਾਡੀ ਸਪੋਰਟ ਦੇ ਵਿੱਚ ਖੜਾ ਹੈ। ਪਬਲਿਕ ਓਪੀਨੀਅਨ ਬਹੁਤ ਵੱਡਾ ਸਾਡੀ ਫੇਵਰ ਦੇ ਵਿੱਚ ਹੈ ਔਰ ਸੁਪਰੀਮ ਕੋਰਟ ਨੇ ਵੀ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੋਰਓਵਰ ਸੁਪਰੀਮ ਕੋਰਟ ਨੇ ਇਹ ਵੀ ਸਟੇ ਕਰਕੇ ਇੱਕ ਕਿਸਮ ਦਾ ਸਾਡੇ ਸਟੈਂਡ ਦੇ ਮੋਹਰ ਹੀ ਲਾਈ ਹੈ ਵੀ ਕਾਨੂੰਨ ਜਿਹੜੇ ਕਿਤੇ ਨਾ ਕਿਤੇ ਮਾੜੇ ਜ਼ਰੂਰ ਨੇ, ਤਾਂ ਹੀ ਇੰਟਰਮ ਸਟੇ ਦਿੱਤੀ ਹੈ। 26 ਤਰੀਕ ਦਾ ਪ੍ਰੋਟੈਸਟ ਸੀ, ਸਰਕਾਰ ਨੇ ਪਟੀਸ਼ਨ ਕੀਤੀ ਵੀ ਇਹਨਾਂ ਦਾ ਪ੍ਰੋਟੈਸਟ ਰੋਕ ਦਿਓ। ਸੁਪਰੀਮ ਕੋਰਟ ਨੇ ਫਿਰ ਵੀ ਦਖਲ ਨਹੀਂ ਦਿੱਤਾ। ਉਹ ਕਹਿੰਦੇ ਉਹਨਾਂ ਦਾ ਇਹ ਫੰਡਾਮੈਂਟਲ ਕਨਸਟੀਟਿਊਸ਼ਨ ਰਾਈਟ ਹੈ ਪੀਸਫੁਲ ਪ੍ਰੋਟੈਸਟ ਕਰਨ ਦਾ। ਇਸ ਲਈ ਕਹਿ ਰਹੀ ਹੈ ਕਿ ਤੁਸੀਂ 26 ਨੂੰ ਪ੍ਰਦਰਸ਼ਨ ਨਾ ਕਰੋ। ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਤੇ ਛੱਡਤਾ ਨਾ। ਇਸ ਲਈ ਫਾਈਟ ਹੈ ਜਿਹੜੀ ਸਰਕਾਰ ਤੇ ਲੋਕਾਂ ਦੇ ਵਿਚਕਾਰ ਹੈ, ਪੁਲਿਸ ਦੇ ਵਿਚਕਾਰ ਹੈ। ਤਾਂ ਇਸ ਲਈ ਸਾਡਾ ਤਾਂ ਪ੍ਰੋਟੈਸਟ ਬਿਲਕੁਲ ਪੀਸਫੁਲ ਹੈ। ਅਸੀਂ ਤਾਂ ਡਿਟਰਮਿੰਡ ਹੈ ਵੀ ਕਰਨਾ ਹੈ। ਸੰਵਿਧਾਨਿਕ ਅਧਿਕਾਰ ਹੈ ਜਿਹੜਾ ਪ੍ਰੋਟੈਸਟ ਕਰਨਾ, ਤੇ ਇਹਦੀ ਗੱਲਬਾਤ ਸੁਪਰੀਮ ਕੋਰਟ ਨੂੰ ਹੀ ਦੱਸਣੀ ਚਾਹੀਦੀ ਹੈ ਕਿ ਕੀਤਾ ਜਾਣਾ ਚਾਹੀਦਾ ਹੈ, ਨਹੀਂ ਕੀਤਾ ਜਾਣਾ ਚਾਹੀਦਾ। ਕਿਉਂਕਿ ਪੁਲਿਸ ਹੈ ਉਹ ਸੰਵਿਧਾਨ ਬਾਰੇ ਗੱਲ ਨਹੀਂ ਕਰ ਸਕਦੀ, ਕਿਉਂਕਿ ਸੁਪਰੀਮ ਕੋਰਟ ਕਰ ਸਕਦੀ ਹੈ ਕਿ ਇਹ ਲੋਕਾਂ ਦਾ ਅਧਿਕਾਰ ਹੈ ਤੇ ਲੋਕ ਇਸ ਨੂੰ ਆਪਣੇ ਅਧਿਕਾਰ ਨੂੰ ਵਰਤ ਸਕਦੇ ਨੇ। ਇਸ ਲਈ ਮੈਂ ਕਹਿੰਦਾ ਨਾ ਵੀ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਮਨਾ ਕਰਤਾ ਇਸ ਨੂੰ। ਸੁਪਰੀਮ ਕੋਰਟ ਕਿਸੇ ਲਾਅ ਐਂਡ ਆਰਡਰ ਦੇ ਮਾਮਲੇ 'ਚ ਦਖਲ ਨਹੀਂ ਦਿੰਦੀ। ਇਹਦਾ ਸਟੇਟ ਸਬਜੈਕਟ ਹੈ, ਹੋਮ ਮਿਨਿਸਟਰੀ ਦਾ ਸਵਾਲ ਹੈ। ਇਹ ਸਰਕਾਰ ਦਾ ਪੁਲਿਸ ਨੇ ਦੇਖਣਾ ਹੈ। ਜੇ ਲੱਗਦਾ ਵੀ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਤਾਂ ਕੋਈ ਇੰਟਰਫੀਅਰ ਕਰ ਸਕਦੇ ਨੇ। ਪਰ ਸਾਡਾ ਤਾਂ ਕੇਸ ਬੜਾ ਸਪਸ਼ਟ ਹੈ ਨਾ। ਅਸੀਂ ਤਾਂ 2 ਮਹੀਨੇ ਤੋਂ ਇੱਥੇ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੋਈ, ਤੁਹਾਨੂੰ ਪਤਾ ਹੈ। ਕਿਸੇ ਕਿਸਮ ਦੀ ਕੋਈ ਹਿੰਸਕ ਕਾਰਵਾਈ ਨਹੀਂ, ਪੀਸਫੁਲ ਪ੍ਰੋਟੈਸਟ ਹੈ। ਸੁਪਰੀਮ ਕੋਰਟ ਨੇ ਸਾਡੇ ਸਟੈਂਡ ਦੇ ਮੋਹਰ ਲਾਈ ਹੈ। 26 ਨੂੰ ਵੀ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ। ਅਸੀਂ ਤਾਂ ਰੂਟ ਮੰਗਿਆ ਇਹਨਾਂ ਤੋਂ, ਰੂਟ ਦੇਤਾ ਵੀ ਇਹ ਰੂਟ ਹੈ। ਤਾਂ ਸਾਡੇ ਵੱਲੋਂ ਕੋਈ ਉਸ ਦੇ ਪਰ ਉਹ ਨਹੀਂ ਹੋਏਗਾ। ਟਰੈਕਟਰ ਜਾਣਗੇ, ਨੈਸ਼ਨਲ ਫਲੈਗ ਹੋਏਗਾ, ਕਿਸਾਨਾਂ ਦਾ ਝੰਡਾ ਹੋਏਗਾ। ਅਸੀਂ ਅਸ਼ੋਰ ਕੀਤਾ ਹੀ ਪੀਸਫੁਲ ਹੈ। ਜੇ ਪੁਲਿਸ ਵੱਲੋਂ ਕੋਈ ਕਿਸੇ ਦੀ ਹਿੰਸਕ ਕਾਰਵਾਈ ਹੁੰਦੀ ਹੈ, ਕੋਈ ਭੜਕਾਟ ਹੁੰਦਾ ਉਧਰੋਂ, ਤਾਂ ਲਾਅ ਐਂਡ ਆਰਡਰ ਨੂੰ ਵਾਇਲੇਟ ਕੌਣ ਕਰ ਰਿਹਾ ਹੋਵੇਗਾ? ਫਾਰਮਰਸ ਨਹੀਂ, ਪੁਲਿਸ ਕਰ ਰਹੀ ਹੋਏਗੀ। ਪੁਲਿਸ ਜਿਹੜੀ ਇੱਕ ਲਾਅ ਅਬਾਈਡਿੰਗ ਫੋਰਸ ਹੈ। ਜੇ ਲਾਅ ਅਬਾਈਡਿੰਗ ਫੋਰਸ ਹੀ ਜਿਹੜੀ ਪ੍ਰਵੋਕ ਕਰਦੀ ਹੈ, ਹਿੰਸਕ ਕਾਰਵਾਈ ਲਈ ਉਕਸਾਉਂਦੀ ਹੈ, ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਕਰਦੀ ਹੈ, then it is the duty or responsibility of the government and the police, not of the farmers. ਮੀਟਿੰਗ ਬਾਰੇ ਖੇਤੀਬਾੜੀ ਮੰਤਰੀ ਨੇ ਤਾਂ ਪਹਿਲਾਂ ਹੀ ਬਿਆਨ ਦੇ ਦਿੱਤਾ ਸੀ ਕਿ ਕਿਸਾਨ ਜਥੇਬੰਦੀਆਂ ਕੋਈ ਵਿਕਲਪ ਉੱਤੇ ਗੱਲਬਾਤ ਕਰਨੀ ਚਾਹੁੰਦੀਆਂ ਤਾਂ ਆਉਣ, ਕਾਨੂੰਨ ਰੱਦ ਨਹੀਂ ਹੋਣਗੇ। ਨਹੀਂ, ਬਿਲਕੁਲ ਨਹੀਂ ਹੈ। ਜਾਏ ਉਹ ਬਿਆਨ ਜਿਸ ਤਰ੍ਹਾਂ ਮੈਂ ਬਿਆਨ ਉਹਨਾਂ ਦਾ, ਮੈਂ ਸਮਝਦਾ ਮੀਟਿੰਗ ਤੋਂ ਪਹਿਲਾਂ ਆਉਣਾ ਨਹੀਂ ਚਾਹੀਦਾ। ਇਹ ਮੀਟਿੰਗ ਦਾ ਇੱਕ ਵਾਤਾਵਰਨ ਵੀ ਖਰਾਬ ਕਰਦਾ ਹੈ। ਜਦੋਂ ਇੱਕ ਮੀਟਿੰਗ ਹੁੰਦੀ ਹੈ, ਚੰਗੇ ਮਾਹੌਲ 'ਚ ਹੁੰਦੀ ਹੈ, ਸਰਕਾਰ ਵੱਲੋਂ ਇਹੋ ਜਿਹਾ ਬਿਆਨ ਆਵੇ ਤਾਂ ਲੱਗਦਾ ਵੀ ਸਰਕਾਰ ਜਿਵੇਂ ਉੱਥੇ ਹੀ ਖੜੀ ਹੈ ਜਿਵੇਂ 2 ਮਹੀਨੇ ਪਹਿਲਾਂ ਖੜੀ ਸੀ। ਪਿਛਲੀ ਮੀਟਿੰਗ ਦਾ ਸਪਸ਼ਟ ਹੋਇਆ ਸੀ। 10 ਕਦਮ ਪੁੱਟ ਚੁੱਕੇ ਆ, ਜਿਹੜੇ ਕਿਸਾਨ ਆਗੂ ਨੂੰ ਇੱਕ ਵੀ ਕਦਮ ਅੱਗੇ ਨਹੀਂ ਆ ਰਹੇ। ਬਿਲਕੁਲ ਨਹੀਂ, ਬਿਲਕੁਲ ਨਹੀਂ। ਕਿਸਾਨ ਆਗੂਆਂ ਨੇ ਅੱਜ ਤੋਂ 6 ਮਹੀਨੇ ਪਹਿਲਾਂ ਜਦੋਂ ਕਰੋਨਾ ਮਹਾਮਾਰੀ 'ਚ ਆਰਡੀਨੈਂਸ ਹੋਇਆ, ਉਦੋਂ ਹੀ ਪਹਿਲੀ ਰਿਪਰੈਜ਼ੈਂਟੇਸ਼ਨ ਦੇ ਕੇ ਸਾਫ਼ ਕੀਤਾ ਸੀ ਵੀ ਇਹ ਕਾਨੂੰਨ ਨੇ ਜਿਹੜੇ ਗੈਰ ਸੰਵਿਧਾਨਕ ਨੇ, ਲੋਕਾਂ ਦੇ ਖਿਲਾਫ ਬਣਾਏ ਨੇ, ਇਹਨਾਂ ਕਾਨੂੰਨਾਂ ਨੂੰ ਰੱਦ ਕਰੋ। ਸਾਡੇ ਪਹਿਲੀ ਰਿਪਰੈਜ਼ੈਂਟੇਸ਼ਨ ਇਹੀ ਹੈ। ਸਾਡਾ ਸਟੈਂਡ ਇਸ ਤੋਂ ਕਦੇ ਸ਼ਿਫਟ ਹੋਇਆ ਹੀ ਨਹੀਂ। ਸਰਕਾਰ ਨੂੰ ਅਸੀਂ ਕਨਵਿੰਸ ਕਰਾਇਆ ਕਿੰਨੀ ਮੀਟਿੰਗਸ ਦੇ ਵਿੱਚ ਵੀ ਇਹ ਗੈਰ ਸੰਵਿਧਾਨਕ ਵੀ ਨੇ। ਇਹ ਇੱਕ ਪੈਰਲਲ ਸਿਸਟਮ ਪ੍ਰਾਈਵੇਟ ਬਿਲਡ ਕਰ ਰਿਹਾ ਸਾਡੇ ਦੇਸ਼ ਦੇ ਵਿੱਚ ਖੇਤੀਬਾੜੀ ਦਾ ਨਿੱਜੀਕਰਨ ਕਰਨ ਦੇ ਲਈ। ਇਸ ਲਈ ਅਸੀਂ ਚਾਹੁੰਦੇ ਬਿਲਕੁਲ ਹੀ ਮੁੱਢੋਂ ਰੱਦ ਹੋਣ ਔਰ ਨਾ ਕੇਂਦਰ ਸਰਕਾਰ ਨੂੰ ਇਹੋ ਜਿਹਾ ਕੋਈ ਰਾਹ ਖੁੱਲੇ ਜਿਹੜੇ ਸੂਬਿਆਂ ਦੇ ਖਿਲਾਫ, ਖੇਤੀਬਾੜੀ ਸੂਬਿਆਂ ਦਾ ਵਿਸ਼ਾ, ਉਹਦੇ ਖਿਲਾਫ ਅੱਗੇ ਲਈ ਕਾਨੂੰਨ ਬਣਾਵੇ। ਅਸੀਂ ਇਸ ਦੇ ਉੱਪਰ ਸਾਫ਼ ਕਿਹਾ ਸੀ। ਤਾਂ ਇਹ ਸਾਡੇ ਤਰਕ ਤੋਂ, ਸਾਡੇ ਆਰਗੂਮੈਂਟ ਤੋਂ ਕਿਤੇ ਇੰਪ੍ਰੈਸ਼ਨ ਸਰਕਾਰ ਨੇ ਲੈ ਲਿਆ ਵੀ ਸ਼ਾਇਦ ਕਿਸਾਨ ਕੋਈ ਸੋਧਾਂ ਚਾਹੁੰਦੇ ਨੇ। ਅਸੀਂ ਬੜੀਆਂ ਮੀਟਿੰਗ ਸਾਫ਼ ਕਰ ਦਿੱਤਾ ਉਸ ਤੋਂ ਬਾਅਦ ਵੀ ਸਾਡਾ ਮਤਲਬ ਇਹ ਨਹੀਂ ਸੀ। ਸਾਡਾ ਮਤਲਬ ਹੈ ਅਸੀਂ ਪ੍ਰੂਵ ਕੀਤਾ ਹੈ ਵੀ ਕਾਨੂੰਨ ਥੋੜੇ ਗਲਤ ਨੇ, ਖੇਤੀਬਾੜੀ ਦੇ ਖਿਲਾਫ ਨੇ, ਗੈਰ ਸੰਵਿਧਾਨਕ ਨੇ। ਇਸ ਲਈ ਮੁੱਢੋਂ ਹੀ ਰੱਦ ਕਰੋ ਇਹਨਾਂ ਨੂੰ। ਅਸੀਂ ਬਾਰ-ਬਾਰ ਕਿਹਾ, ਪਿਛਲੀ ਮੀਟਿੰਗ 'ਚ ਕਿਹਾ ਵੀ ਹੋਰ ਕਿੰਨੇ ਵਾਰੀ ਕਹੀਏ, ਕਿਸ ਤਰ੍ਹਾਂ ਸਾਫ਼ ਕਰੀਏ ਵੀ ਅਸੀਂ ਕਾਨੂੰਨ ਨੂੰ ਅਪੀਲ ਕਰਾਣਾ। ਸਰਕਾਰ ਕਹਿ ਰਹੀ ਹੈ ਕਿ ਅਸੀਂ 99% ਜਿਹੜੇ ਕਾਨੂੰਨ ਨੇ ਉਹ ਬਦਲ ਦਿੰਦੇ ਆ, ਸਿਰਫ ਸਾਡੇ ਕੋਲ ਇੱਕ ਜਿਲਤ ਰਹਿ ਜਾਏਗੀ, ਨਾਮ ਮਾਤਰੇ ਕਾਨੂੰਨ ਰਹਿ ਜਾਣਗੇ। ਫਿਰ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਉੱਤੇ ਕੀ ਇਤਰਾਜ਼ ਹੈ? ਇਹ ਐਕਸੈਪਟੇਬਲ ਨਹੀਂ। ਦੋ ਹੀ ਕਾਰਨ ਨੇ ਇਸਦੇ। ਇੱਕ ਤਾਂ ਅਸੀਂ ਪੈਰਲਲ ਪ੍ਰਾਈਵੇਟ ਸਿਸਟਮ ਬਿਲਡ ਨਹੀਂ ਹੋਣਾ ਚਾਹੁੰਦੇ। ਜਿਸ ਪ੍ਰਾਈਵੇਟਾਈਜੇਸ਼ਨ ਹੈ, ਬਾਕੀ ਹੋਰ ਖੇਤਰਾਂ ਦਾ ਪੱਠਾ ਬਿਠਾਇਆ, ਪਬਲਿਕ ਸੈਕਟਰ ਖਤਮ ਹੋਇਆ, ਐਜੂਕੇਸ਼ਨ ਦਾ ਪੱਠਾ ਬਿਠਾਇਆ, ਹਸਪੀਟਲ ਦਾ ਪੱਠਾ ਬਿਠਾਇਆ। ਜੇ ਪ੍ਰਾਈਵੇਟ ਸਿਸਟਮ ਹੋਇਆ, ਇੱਕੋ ਹੀ ਖੇਤੀਬਾੜੀ ਜਿਹੜਾ ਬਹੁਤ ਵੱਡਾ ਖੇਤਰ ਹੈ, 86% ਲੋਕ ਇਸ ਦੇ ਉੱਪਰ ਨਿਰਭਰ ਨੇ। ਅਨਾਜ ਹੈ, ਅੰਨਦਾਤਾ ਇਹ, ਸੋਰਸ ਆਫ ਇਨਕਮ ਹੈ, ਸੋਰਸ ਆਫ ਇੰਪਲਾਇਮੈਂਟ ਹੈ ਲੋਕਾਂ ਦਾ। ਜੇ ਇਹਦੇ ਵਿੱਚ ਤੁਸੀਂ ਪ੍ਰਾਈਵੇਟ ਕਰਕੇ ਵੱਡੇ ਕਾਰਪੋਰੇਟ ਸੈਕਟਰ ਨੂੰ, ਅਦਾਨੀਆਂ ਅੰਬਾਨੀਆਂ ਨੂੰ, ਜਿਨ੍ਹਾਂ ਨੇ ਪਹਿਲਾਂ ਦੇਸ਼ ਨੂੰ ਬੜਾ ਲੁੱਟ ਲਿਆ, ਇਹਦੇ ਵਿੱਚ ਲਿਆਉਂਦੇ ਆ, ਤਾਂ ਮੈਂ ਸਮਝਦਾ ਵੀ ਖੇਤੀਬਾੜੀ ਜਿਹੜੀ ਸਾਡੀ ਆਰਥਿਕਤਾ ਦਾ ਇੱਕ ਧੁਰਾ ਹੈ, ਉਹ ਆਰਥਿਕਤਾ ਹੀ ਬਰਬਾਦ ਹੋ ਜਾਏਗੀ। ਆਰਥਿਕਤਾ ਦੇਸ਼ ਦੀ ਰਹਿ ਨਹੀਂ ਸਕੇਗੀ। ਖੇਤੀਬਾੜੀ ਅਰਥਚਾਰਾ ਐਸਾ ਹੈ। ਇਸ ਲਈ ਇਸ ਨੂੰ ਇਹਨਾਂ ਪਾਲਿਸੀਆਂ ਤੋਂ ਬਚਾ ਕੇ ਰੱਖਣਾ। ਇਹ ਪਾਲਿਸੀਆਂ ਡਿਕਟੇਟਡ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ, IMF, ਵਰਲਡ ਬੈਂਕ, ਅਮੀਰ ਦੇਸ਼ਾਂ ਦੇ ਵਿੱਚ ਪਹਿਲਾਂ ਫੇਲ ਹੋ ਚੁੱਕੀਆਂ ਇਹ। ਤਾਂ ਇਸ ਲਈ ਇਹਨੂੰ ਇੱਥੇ ਕਿਉਂ ਲਿਆ ਰਹੇ ਤੁਸੀਂ, ਇੱਥੇ ਬਰਬਾਦੀ ਲਈ? ਇਹ ਸਾਡਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਚਾਹੁੰਦੇ ਹਾਂ ਤੇ ਇਸ ਢੰਗ ਦੇ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਊਗੀ। ਪ੍ਰਾਈਵੇਟ ਖੇਤਰ ਹੈ ਜਿਹੜਾ ਉਹ ਕਿਸਾਨਾਂ ਨੂੰ ਵੱਧ ਆਮਦਨ ਦੇਵੇਗਾ।
ਜੇ ਆਮਦਨ ਦੁੱਗਣੀ ਕਰਨੀ ਹੋਵੇ ਤਾਂ ਤੁਸੀਂ ਐਮਐਸਪੀ ਡਾਕਟਰ ਸਵਾਮੀਨਾਥਨ ਦਾ ਐਲਾਨ ਕਰੋ। ਉਹਨਾਂ ਨੇ ਫਾਰਮੂਲਾ ਸਾਡਾ ਤਾਂ ਬਣਾਇਆ ਹੋਇਆ, ਕਮਿਸ਼ਨ ਨਹੀਂ ਨਾ, ਸਰਕਾਰ ਨੇ ਕਮਿਸ਼ਨ ਬਣਾਇਆ ਔਰ ਉਸ ਨੇ ਐਗਰੀਕਲਚਰ ਸਾਇੰਟਿਸਟ ਨੇ 2005 ਦੇ ਵਿੱਚ ਰਿਪੋਰਟ ਦੇ ਦਿੱਤੀ। ਅੱਜ 15 ਸਾਲ ਹੋ ਗਏ ਨੇ ਸਰਕਾਰ ਦਾ ਬਣਾਇਆ ਹੋਇਆ ਕਮਿਸ਼ਨ ਇਹ ਕਹਿ ਕੇ ਵੀ ਖੇਤੀਬਾੜੀ ਦਾ ਸੰਕਟ ਹੱਲ ਕਰਨਾ ਹੈ, ਉਹ ਆਪਣੀ ਰਿਪੋਰਟ ਨਹੀਂ ਕੋਲਡ ਸਟੋਰ 'ਚ ਲਾਈ ਬੈਠੀ ਹੈ। ਉਹਨਾਂ ਬੜਾ ਸਪਸ਼ਟ ਕਿਹਾ ਵੀ ਜੇ ਆਮਦਨ ਦੁੱਗਣੀ ਕਰਨੀ ਹੈ ਤਾਂ ਆਮਦਨ ਦੁੱਗਣੀ ਹੁੰਦੀ ਵੀ ਐਮਐਸਪੀ ਤੁਸੀਂ C2 ਪਲੱਸ 50% ਉਸ ਨੂੰ ਦਿਓ ਤੇ ਉਹਦੇ ਉੱਪਰ ਅੱਗੇ ਫਿਰ ਜਿਹੜਾ ਉਹਦੀ ਖਰੀਦ ਦੀ ਗਰੰਟੀ ਕਰੋ। ਹੁਣ ਜੇ ਐਮਐਸਪੀ ਦੋ ਖਰੀਦੇ ਕੋਈ ਵੀ ਨਾ, ਪੰਜਾਬ 'ਚ ਕਣਕ ਔਰ ਝੋਨਾ ਐਮਐਸਪੀ ਦਾ 23 ਜਿਣਸਾਂ ਦੀ ਹੈ ਤਾਂ ਖਰੀਦਾ ਕੌਣ? ਇਹਨੂੰ ਕੋਈ ਨਹੀਂ ਖਰੀਦਦਾ ਹੈ ਕਣਕ ਔਰ ਝੋਨੇ ਤੋਂ ਇਲਾਵੇ, ਔਰ ਦੇਸ਼ ਦੇ ਵਿੱਚ ਤਾਂ ਕਿਤੇ ਹੋਰ ਖਰੀਦਦਾ ਹੀ ਨਹੀਂ ਹੈ। ਇਸ ਲਈ ਇਹ ਕਹਿਣਾ ਹੀ ਮੀਨਿੰਗਲੈਸ ਹੈ। ਆਮਦਨ ਦੁੱਗਣੀ ਤਾਂ ਹੀ ਹੁੰਦੀ ਹੈ ਜੇ ਸਾਡੀ ਐਮਐਸਪੀ ਔਰ ਖਰੀਦ ਸਾਰੀਆਂ ਕਿਸਾਨੀ ਜਿਣਸਾਂ ਦੀ ਹੋਵੇ, ਸਾਨੂੰ ਇਨਪੁਟ ਸਸਤੀਆਂ ਮਿਲਣ। ਤੁਸੀਂ ਸਾਡੀ ਐਮਐਸਪੀ ਦਾ 50 ਰੁਪਏ ਵਧਾਣੇ ਆ, ਦੂਜੇ ਪਾਸੇ ਜਿਹੜੀਆਂ ਇਨਪੁਟਸ ਨੇ ਫਰਟੀਲਾਈਜ਼ਰ ਹੈ, ਇਨਸੈਕਟੀਸਾਈਡ ਹੋਰ ਨੇ, ਉਹਨਾਂ 'ਚ ਭਾਰੀ ਵਾਧਾ ਕਰ ਦੇਣਾ ਕਿਉਂਕਿ ਕਾਰਖਾਨੇਦਾਰ ਬਣਾਉਂਦੇ ਆ, ਉਹਨਾਂ ਦੇ ਉੱਪਰ ਚੈੱਕ ਕੋਈ ਨਹੀਂ ਹੈ। ਇਸ ਲਈ ਜਿਹੜਾ ਗੈਪ ਹੈ ਨਾ ਬਿਟਵੀਨ ਦਾ ਪ੍ਰਾਈਸ ਉਹ ਇਨਪੁਟਸ ਆਊਟਪੁਟਸ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿਸ ਇਜ਼ ਦਾ ਮੇਨ ਰੀਜ਼ਨ। ਨੋਟਸ ਭੇਜੇ ਗਏ ਨੇ ਉਹਨਾਂ ਦੇ ਬਾਰੇ ਵੀ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਜਾਊਗੀ। ਬਿਲਕੁਲ ਕਰਾਂਗੇ। ਅਸੀਂ ਪਿਛਲੀ ਮੀਟਿੰਗ 'ਚ ਵੀ ਕਿਹਾ ਸੀ। ਪਰ ਪਿਛਲੀ ਮੀਟਿੰਗ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਅੱਗੇ ਤੋਂ ਨੋਟਿਸ ਨਹੀਂ ਭੇਜਾਂਗੇ ਜਦ ਤੱਕ ਸੰਘਰਸ਼ ਜਾਰੀ ਹੈ। ਸਰਕਾਰ ਕਹਿ ਕੇ ਆਪਣੀ ਗੱਲ ਤੋਂ ਪਲਟ ਚੁੱਕੀ ਹੈ। ਨਹੀਂ, ਇਹ ਨਹੀਂ ਸੀ ਐਕਚੁਅਲੀ ਕਿਹਾ। ਉਦੋਂ ਸਿਰਫ 2 ਨੋਟਿਸ ਆਏ ਸਨ ਪਿਛਲੀ ਮੀਟਿੰਗ 'ਚ, ਤਾਂ ਅਸੀਂ ਪੁਆਇੰਟ ਆਊਟ ਕੀਤਾ। ਉਹ ਕਹਿੰਦੇ ਵੀ ਸਾਨੂੰ ਇਸ ਗੱਲ ਦਾ ਪਤਾ ਨਹੀਂ, ਅਸੀਂ ਇਸ ਦੀ ਇਨਕੁਆਇਰੀ ਕਰਾਂਗੇ। ਅਸੀਂ ਕਿਹਾ ਵੀ ਠੀਕ ਹੈ ਇਨਕੁਆਇਰੀ ਕਰੋ, ਇਹ ਨੋਟਿਸ ਗਲਤ ਨੇ। ਤਾਂ ਉਸ ਤੋਂ ਬਾਅਦ ਹੁਣ ਨੋਟਿਸਾਂ ਦੀ ਝੜੀ ਲੱਗੀ ਹੋਈ ਹੈ। ਹੁਣ ਕੋਈ ਛੱਡਿਆ ਹੀ ਨਹੀਂ, ਨਾ ਪੱਤਰਕਾਰ ਛੱਡੇ, ਠੀਕ ਹੈ, ਨਾ ਕਲਾਕਾਰ ਛੱਡੇ, ਨਾ ਕੋਈ ਸੇਵਾ ਕਰਨ ਵਾਲੇ ਛੱਡੇ, ਨਾ ਟਰਾਂਸਪੋਰਟ, ਸਾਰਿਆਂ ਨੂੰ, ਨਾ ਫਾਰਮਰ ਛੱਡੇ। ਹੁਣ ਨੋਟਿਸਾਂ ਦਾ ਕਾਰਨ ਤਾਂ ਬੜਾ ਸਪਸ਼ਟ ਹੈ ਕਿ ਅੰਦੋਲਨ ਨੂੰ ਬਦਨਾਮ ਕਰਨਾ, ਇਹਦੇ ਵਿੱਚ ਇਸ ਕਿਸਮ ਦੀ ਕਨਫਿਊਜ਼ਨ ਕ੍ਰੀਏਟ ਕਰਨਾ ਵੀ ਜਿਸ ਤਰ੍ਹਾਂ ਬੜਾ ਕੋਈ ਸੈਪਰੇਟਿਸਟ ਅੰਦੋਲਨ ਹੈ, ਬਹੁਤ ਖਾਲਿਸਤਾਨੀ ਸੰਸਥਾਵਾਂ ਕੋਈ ਫੰਡਿੰਗ ਕਰ ਰਹੀਆਂ ਨੇ ਬਾਹਰ। ਕਿਉਂਕਿ FIR ਮੇਨ ਜਿਹੜੀ ਹੈ ਜਿਹਦੇ ਵਿੱਚ ਨੋਟਿਸ ਭੇਜੇ ਜਾ ਰਹੇ ਆ ਉਹ ਕੁਝ ਨੋਨ ਖਾਲਿਸਤਾਨੀਆਂ ਦੇ ਖਿਲਾਫ ਹੈ। 15/12/2020 ਨੂੰ ਰਜਿਸਟਰ ਹੋਈ ਹੈ, ਸਰਕਾਰ ਦੀ ਇੰਸਟੈਂਸ ਤੇ ਹੋਈ ਹੈ। ਉਹਦੇ ਵਿੱਚ ਜਿਹੜੇ ਸੈਕਸ਼ਨ ਲਾਏ ਨੇ ਉਹ ਬੜੇ ਸੈਡੀਸ਼ਨ ਦੇ, ਦੇਸ਼ ਧਰੋਹੀ ਦੇ, ਜਾਂ ਫਿਰ UAPA ਅਨਲੌਫੁਲ ਐਕਟੀਵਿਟੀ ਦੇ ਸੈਕਸ਼ਨ ਹੈ। ਉਹਨਾਂ ਦੇ ਅੰਦਰ ਸਾਨੂੰ ਨੋਟਿਸ ਭੇਜ ਰਹੇ ਆ। ਅਸੀਂ ਕੋਈ ਖਾਲਿਸਤਾਨੀ ਸੈਪਰੇਟਿਸਟ ਥੋੜਾ, ਅਸੀਂ ਤਾਂ ਕਿਸਾਨ ਹਾਂ, ਕਿਸਾਨ ਦਾ ਅੰਦੋਲਨ ਕਰ ਰਹੇ ਹਾਂ। ਉਹ ਸਾਨੂੰ ਡਰਾਉਣ ਲਈ, ਧਮਕਾਉਣ ਲਈ, ਸਹਿਮ ਪੈਦਾ ਕਰਨ ਲਈ, ਅੰਦੋਲਨ ਨੂੰ ਸਾਬੋਤਾਜ ਕਰਨ ਲਈ, ਫੇਲ ਕਰਨ ਲਈ ਕੀਤੇ ਜਾ ਰਹੇ ਆ। ਇਹ ਬੜਾ, ਮੈਂ ਕਹਿੰਦਾ ਵੀ ਨੇਫੇਰੀਅਸ ਡਿਜ਼ਾਈਨ ਹੈ ਸਰਕਾਰ ਦਾ। ਨੀਵੇਂ ਪੱਧਰ ਤੇ ਜਾ ਕੇ ਜੇ ਕੰਮ ਕਰਨਾ ਇਹ ਸਰਕਾਰਾਂ ਨੂੰ ਨਹੀਂ ਚਾਹੀਦਾ। ਇਸ ਲਈ ਅਸੀਂ ਕਹਿੰਦੇ ਨੋਟਿਸਾਂ ਨੂੰ ਫੋਰਥ ਵੀ ਵਿਡਰਾ ਕਰੋ, ਹੋਰ ਕੋਈ ਨਹੀਂ। ਅੱਜ ਕਹਾਂਗੇ ਕਿਵੇਂ ਦਾ ਹੋਵੇਗਾ? ਬਿਲਕੁਲ ਟੋਟਲ ਪੀਸਫੁਲ ਹੋਏਗਾ। ਮਾਰਚ ਹੋਏਗਾ, ਮਾਰਚ ਤੇ ਵਜਿੱਦਾ ਹੈ, ਬੜੀ ਵੱਡੀ ਤਿਆਰੀ ਹੈ ਪੰਜਾਬ 'ਚ, ਹਰਿਆਣੇ 'ਚ, ਹੋਰ ਥਾਵਾਂ ਤੋਂ। ਪਰ ਹਾਂ, ਮੰਨਣਾ ਪਏਗਾ, ਦਿੱਲੀ ਪੁਲਿਸ ਮੰਨਣਾ ਪਏਗਾ ਕਿਉਂਕਿ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਮਨਾ ਕਰ ਦਿੱਤਾ, ਪੁਲਿਸ ਦੇ ਉੱਪਰ ਛੱਡਿਆ। ਜੇ ਹੁਣ ਪੁਲਿਸ ਵਾਲੇ ਸਾਨੂੰ ਕੋਈ ਰੂਟ ਨਹੀਂ ਦਿੰਦੇ, ਸੇਫਰ ਰੂਟ ਨਹੀਂ ਦਿੰਦੇ, ਤਾਂ ਇਹ ਓਨਸ ਲਾਜ਼ਮੀ ਪੁਲਿਸ ਔਰ ਸਰਕਾਰ ਤੇ ਜਾਏਗਾ। ਅਸੀਂ ਤਾਂ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਕਰ ਹੈ ਨਹੀਂ, ਅਸੀਂ ਤਾਂ ਪੀਸਫੁਲ ਜਾਵਾਂਗੇ। ਜੇ ਇਸ ਕਿਸਮ ਦੀ ਕੋਈ ਕਾਰਵਾਈ ਹੁੰਦੀ ਹੈ ਤਾਂ ਜ਼ਿੰਮੇਵਾਰੀ ਕਿਸ ਦੀ ਹੋਏਗੀ? ਪੁਲਿਸ ਤਾਂ ਸਰਕਾਰ ਦੀ ਹੋਏਗੀ। ਇਹ ਉਹਨਾਂ ਨੇ ਮੇਨਟੇਨ ਕਰਨਾ ਹੈ। ਸੁਪਰੀਮ ਕੋਰਟ ਨੇ ਐਗਜ਼ੈਕਟਲੀ ਇਹੀ ਕਿਹਾ। ਜੇ ਉਹਨਾਂ ਨੇ ਮੇਨਟੇਨ ਕਰਨਾ ਹੈ, ਨੈਚੁਰਲੀ ਉਹਨਾਂ ਨੂੰ ਸਾਨੂੰ ਕੋਈ ਜਿਹੜਾ ਐਸਾ ਰੂਟ ਦੇਣਾ ਚਾਹੀਦਾ ਜਿਸ ਤੇ ਕਿਸਾਨ ਪਰੇਡ ਕਰਨ, ਪਰੇਡ ਕਰਕੇ 3-4 ਘੰਟਿਆਂ ਬਾਅਦ ਆਪਣੇ ਕੈਂਪ 'ਚ ਵਾਪਸ ਆ ਜਾਣ। ਦੇयर इज नो अदर थिंग। ਬਹੁਤ ਬਹੁਤ ਧੰਨਵਾਦ ਜੀ। ਤਾਂ ਕਿਸਾਨ ਆਗੂਆਂ ਦੇ ਨਾਲ ਨਿਰੰਤਰ ਜਿਹੜੀ ਗੱਲਬਾਤ ਆ ਉਹ ਸਾਡੀ ਜਾਰੀ ਹੈ। ਕਈ ਕਿਸਾਨ ਆਗੂ ਇੱਥੇ ਪਹੁੰਚ ਚੁੱਕੇ ਨੇ, ਕਈ ਕਿਸਾਨ ਆਗੂ ਇੱਥੇ ਪਹੁੰਚ ਰਹੇ ਨੇ। ਲਗਾਤਾਰ ਅਸੀਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹਨਾਂ ਨਾਲ ਕਰ ਰਹੇ ਹਾਂ। ਤਾਂ ਕਿਸਾਨ ਆਗੂਆਂ ਦਾ ਇਹੀ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ 26 ਤਰੀਕ ਦੇ ਮਾਰਚ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੇ ਉੱਤੇ ਛੱਡ ਦਿੱਤੀ ਹੈ। ਦਿੱਲੀ ਪੁਲਿਸ ਫੈਸਲਾ ਲਵੇਗੀ, ਪਰ ਦਿੱਲੀ ਪੁਲਿਸ ਇਸ ਮਾਮਲੇ ਨੂੰ ਕਿਵੇਂ ਦੇਖਦੀ ਹੈ ਇਹ ਅੱਜ ਮੀਟਿੰਗ ਦੇ ਵਿੱਚ ਤੈਅ ਹੋਵੇਗਾ। ਕਿਉਂਕਿ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜਾ ਇਹ ਮਾਰਚ ਹੈ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਕਰਾਂਗੇ। ਜਿਵੇਂ ਅਸੀਂ 2 ਮਹੀਨਿਆਂ ਤੋਂ ਇੱਥੇ ਸ਼ਾਂਤਮਈ ਢੰਗ ਦੇ ਨਾਲ ਬੈਠੇ ਹਾਂ, ਉਸੇ ਢੰਗ ਦੇ ਨਾਲ ਅਸੀਂ ਮਾਰਚ ਕਰਾਂਗੇ। ਤੁਸੀਂ ਸਿੱਖ ਚੈਨਲ ਦੇ ਨਾਲ ਬਣੇ ਰਹੋ। ਕੈਮਰਾਮੈਨ ਲਖਵਿੰਦਰ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।